ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤੇ ਵੀਰਾਂ ਤੇ ਭੈਣਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਸੰਪੂਰਨ ਜੀਵਨ ਅਪਲੋਡ ਕੀਤਾ ਜਾਵੇ। ਇਹ ਬਹੁਤ ਸਾਰੇ ਹੀ ਆਪ ਜੀਆਂ ਦੇ ਕਮੈਂਟਸ ਆਉਂਦੇ ਰਹੇ ਹਨ। ਉਸੇ ਮੰਗ ਨੂੰ ਪੂਰਾ ਕਰਨ ਵਾਸਤੇ ਇਸ ਚੈਨਲ 'ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਸਾਰਾ ਜੀਵਨ ਇਸ ਚੈਨਲ 'ਤੇ ਵੀਡੀਓਜ਼ ਦੇ ਰਾਹੀਂ ਅਪਲੋਡ ਕੀਤਾ ਜਾਵੇ। ਅਤੇ ਅੱਜ ਇਸ ਵੀਡੀਓ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਵਿਰਾਸਤੀ ਪਿਛੋਕੜ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਜਾਵੇਗਾ। ਬਰਾੜ ਕੌਮ ਦੇ ਪਿਛੋਕੜ ਦਾ ਬਹੁਤ ਵੱਡਾ ਇਤਿਹਾਸ ਹੈ, ਜਿਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇੱਥੇ ਅਸੀਂ ਸੰਖੇਪ ਵਿੱਚ ਕੇਵਲ ਬੈਰਾੜ ਵੰਸ਼ ਦਾ ਹੀ ਕੁਝ ਕੁ ਹਾਲ ਲਿਖਾਂਗੇ। ਸਦੀਆਂ ਪੁਰਾਣੇ ਇਤਿਹਾਸ ਨੂੰ ਬਾਚੀਏ ਤਾਂ ਸੰਮਤ 200 ਤੱਕ ਇਸ ਪਿਛੋਕੜ ਨੂੰ ਵੇਖਿਆ ਜਾ ਸਕਦਾ ਹੈ। ਰਾਜੇ ਸਲਵਾਨ ਤੋਂ ਲੈ ਕੇ ਰਾਜਾ ਰਸਾਲੂ, ਰਾਜਾ ਬੁਲੰਦ, ਰਾਜਾ ਮਹਾਰਾਜ ਭੱਟੀ, ਮਹਾਰਾਜਾ ਦੇਵਰਾਜ ਆਦਿ ਵਰਣਨਯੋਗ ਹਨ। ਖੀਵਾ ਰਾਏ ਦੇ ਘਰ ਸਿੱਧੂ ਰਾਏ ਨਾਮ ਦਾ ਪੁੱਤਰ ਪੈਦਾ ਹੋਇਆ। ਇਹ ਬਹੁਤ ਨਾਮਵਰ ਮਹਾਬਲੀ ਯੋਧਾ ਸੀ। 15ਵੀਂ ਸਦੀ ਦੌਰਾਨ ਸਿੱਧੂ ਰਾਏ ਦੀ 10ਵੀਂ ਪੁਸ਼ਤ ਵਿੱਚ ਸਰਦਾਰ ਹਮੀਰਾ ਰਾਏ ਦੇ ਘਰ ਵਿੱਚ ਰਾਏ ਬੈਰਾੜ ਪੈਦਾ ਹੋਇਆ। ਇਸ ਨੇ ਆਪਣੀ ਸਿਆਣਪ ਅਤੇ ਤਾਕਤ ਦੇ ਕ੍ਰਿਸ਼ਮੇ ਵਿਖਾ ਕੇ ਸੰਨ 1399 ਵਿੱਚ ਕਈ ਲੜਾਈਆਂ ਜਿੱਤ ਕੇ ਆਪਣੀ ਜੱਦੀ ਰਾਜਧਾਨੀ ਬਠਿੰਡੇ 'ਤੇ ਕਬਜ਼ਾ ਕਰ ਲਿਆ। ਇਸੇ ਦੌਰਾਨ ਰਾਏ ਬੈਰਾੜ ਵਿਰੁੱਧ ਪਟਨੇਰ ਵਾਲੇ ਰਾਈਸ ਭੱਟੀ ਨੇ ਬਾਦਸ਼ਾਹ ਮਹਿਮੂਦ ਤੁਗਲਕ ਤੋਂ ਮਦਦ ਲੈ ਕੇ ਹਮਲਾ ਕਰ ਦਿੱਤਾ। ਭਿਆਨਕ ਯੁੱਧ ਹੋਇਆ ਅਤੇ ਕਈ ਦਿਨ ਚੱਲਦਾ ਰਿਹਾ। ਇਸ ਪ੍ਰਚੰਡ ਯੁੱਧ ਨੂੰ ਵੇਖ ਕੇ ਬਾਦਸ਼ਾਹ ਮਹਿਮੂਦ ਤੁਗਲਕ ਵਾਪਸ ਦਿੱਲੀ ਪਰਤ ਗਿਆ। ਮਗਰੋਂ ਰਾਏ ਬਰਾੜ ਨੇ ਆਪਣੇ ਦੁਸ਼ਮਣਾਂ ਦਾ ਖੁਰਾ ਖੋਜ ਮਿਟਾਉਣਾ ਤੱਕ ਪਿੱਛਾ ਕੀਤਾ ਅਤੇ ਬਹੁਤ ਦੰਡ ਦਿੱਤੇ। ਉਸ ਸਮੇਂ ਬਰਾੜ ਦਾ ਨਾਮ ਦੇਸ਼ ਵਿੱਚ ਇੱਕ ਹਊਆ ਬਣ ਗਿਆ, ਜਿਸ ਦਾ ਨਾਮ ਸੁਣ ਕੇ ਦੁਸ਼ਮਣ ਕੰਬ ਉੱਠਦੇ ਸਨ। ਤਾਰੀਖ ਰਾਜ ਖਾਲਸਾ ਗੁਰਮੁਖੀ ਵਿੱਚ ਲਿਖਿਆ ਹੋਇਆ ਹੈ ਕਿ ਰਾਏ ਬਰਾੜ ਕਈ ਬਾਦਸ਼ਾਹਾਂ ਦੇ ਨਾਲ ਲੜਦਾ ਰਿਹਾ ਅਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ। ਰਾਏ ਬੈਰਾੜ ਨੇ ਆਪਣੇ ਨਾਮ ਦੀਆਂ ਖੂਬ ਧੁੰਮਾਂ ਪਾਈਆਂ। ਅਖੀਰ ਸੰਮਤ 1472 ਬਿਕਰਮੀ ਨੂੰ ਉਸ ਦੀ ਮੌਤ ਹੋ ਗਈ। ਰਾਏ ਬਰਾੜ ਦੇ ਪੁੱਤਰਾਂ ਵਿੱਚੋਂ ਰਾਏ ਪੋੜ ਅਤੇ ਰਾਏ ਦੁੱਲ ਮਸ਼ਹੂਰ ਹੋਏ ਸਨ। ਇਹਨਾਂ ਵਿੱਚੋਂ ਰਾਏ ਦੁੱਲ ਬਠਿੰਡੇ 'ਤੇ ਕਾਬਜ ਹੋਇਆ ਅਤੇ ਰਾਏ ਪੋੜ ਬੀਦੋਵਾਲੀ 'ਤੇ। ਦੁੱਲ ਦੀ ਵੰਸ਼ ਫਰੀਦਕੋਟੀਏ, ਸੰਗਰ ਕੇ ਆਦਿ ਹੋਏ ਹਨ ਅਤੇ ਪੋੜ ਦੀ ਵੰਸ਼ ਵਿੱਚੋਂ ਫੂਲ ਕੇ, ਮਹਾਰਾਜ ਕੇ ਆਦਿ ਹੋਏ ਹਨ। ਰਾਏ ਦੁੱਲ ਦੇ ਪੁੱਤਰਾਂ ਵਿੱਚੋਂ ਰਾਏ ਸੰਗਰ ਬਹੁਤ ਪ੍ਰਸਿੱਧ ਯੋਧਾ ਹੋਇਆ ਅਤੇ ਇਸ ਦੇ ਪੁੱਤਰਾਂ ਵਿੱਚੋਂ ਰਾਏ ਭੱਲਣ ਮਸ਼ਹੂਰ ਯੋਧਾ ਸੀ। ਭੱਟੀਆਂ ਮਰਹੱਟਿਆਂ ਨੇ ਬਾਦਸ਼ਾਹ ਇਬਰਾਹਿਮ ਲੋਧੀ ਦੀ ਮਦਦ ਨਾਲ ਬਰਾੜਾ ਨੂੰ ਬਠਿੰਡੇ ਦੀ ਰਾਜਧਾਨੀ ਤੋਂ ਖਦੇੜ ਦਿੱਤਾ ਸੀ ਅਤੇ ਕਾਫੀ ਸਮਾਂ ਇਹ ਗੁਪਤ ਰਹਿ ਕੇ ਯੁੱਧ ਨੀਤੀ ਅਪਣਾਉਂਦੇ ਰਹੇ। ਅਖੀਰ ਸੰਮਤ 1578 ਵਿੱਚ ਬਾਦਸ਼ਾਹ ਬਾਬਰ ਨੇ ਕਾਬਲ ਤੋਂ ਚੜ੍ਹਾਈ ਕਰਕੇ ਬਾਦਸ਼ਾਹ ਇਬਰਾਹਿਮ ਲੋਧੀ ਤੋਂ ਦਿੱਲੀ ਦਾ ਤਖਤ ਖਾਲੀ ਕਰਵਾਉਣ ਲਈ ਹਮਲਾ ਕਰ ਦਿੱਤਾ ਅਤੇ ਉਸ ਸਮੇਂ ਵੀ ਮਰਹੱਟੇ ਬਾਦਸ਼ਾਹ ਇਬਰਾਹਿਮ ਲੋਧੀ ਦੀ ਮਦਦ 'ਤੇ ਸਨ। ਇਸ ਸਮੇਂ ਨੂੰ ਗਨੀਮਤ ਸਮਝ ਕੇ ਰਾਏ ਸੰਗਰ ਨੇ ਮਰਹੱਟਿਆਂ ਤੋਂ ਬਦਲਾ ਲੈਣ ਲਈ ਆਪਣੇ ਹਜ਼ਾਰਾਂ ਸੂਰਬੀਰ ਯੋਧਿਆਂ ਸਮੇਤ ਬਾਦਸ਼ਾਹ ਬਾਬਰ ਦੀ ਮਦਦ ਕੀਤੀ ਅਤੇ ਬਹਾਦਰੀ ਨਾਲ ਯੁੱਧ ਲੜਿਆ, ਜਿਸ ਨੂੰ ਵੇਖ ਕੇ ਬਾਦਸ਼ਾਹ ਬਾਬਰ ਦੰਗ ਰਹਿ ਗਿਆ ਕਿ ਬਰਾੜ ਬਹੁਤ ਬਹਾਦਰ ਕੌਮ ਹੈ। ਯੁੱਧ ਲੜਦਿਆਂ ਹੋਇਆਂ ਪਾਣੀਪਤ ਦੇ ਮੈਦਾਨ ਵਿੱਚ ਰਾਏ ਸੰਗਰ ਵੀ ਸ਼ਹੀਦ ਹੋ ਗਿਆ। ਪਰ ਇਸ ਯੁੱਧ ਵਿੱਚ ਇਬਰਾਹਿਮ ਲੋਧੀ ਸਮੇਤ ਮਰਹੱਟਿਆਂ ਅਤੇ ਭੱਟੀਆਂ ਨੂੰ ਭਾਰੀ ਹਾਰ ਹੋਈ ਅਤੇ ਬਾਦਸ਼ਾਹ ਬਾਬਰ ਦਿੱਲੀ ਦੇ ਤਖਤ 'ਤੇ ਕਾਬਜ ਹੋ ਗਿਆ। ਇਸ ਉਪਰੰਤ ਬਰਾੜਾ ਨੇ ਮਾਲਵੇ ਦੀ ਰਾਜਧਾਨੀ ਬਠਿੰਡੇ 'ਤੇ ਫਿਰ ਕਬਜ਼ਾ ਕਰ ਲਿਆ। ਰਾਏ ਸੰਗਰ ਦੀ ਮੌਤ ਉਪਰੰਤ ਉਸ ਦਾ ਵੱਡਾ ਪੁੱਤਰ ਰਾਏ ਭੱਲਣ ਰਿਆਸਤ ਦਾ ਚੌਧਰੀ ਬਣਿਆ। ਇਸ ਦਾ ਦੂਜਾ ਪੁੱਤਰ ਰਾਏ ਲਾਲਾ, ਜਿਸ ਨੇ ਆਪਣੇ ਨਾਮ 'ਤੇ ਕੋਟਕਪੁਰਾ ਸ਼ਹਿਰ ਵਸਾਇਆ ਅਤੇ ਕਿਲ੍ਹਾ ਵੀ ਬਣਵਾਇਆ। ਰਾਏ ਸੰਗਰ ਦਾ ਤੀਸਰਾ ਪੁੱਤਰ ਰਾਏ ਜੋਧ ਸੀ, ਜੋ ਭਾਉ ਭਗਤੀ ਵਾਲਾ ਵੀ ਸੀ ਅਤੇ ਸੂਰਬੀਰ ਯੋਧਾ ਵੀ ਸੀ। ਇਸ ਤਰ੍ਹਾਂ ਰਾਏ ਸੰਗਰ ਦੇ ਬਾਕੀ ਪੁੱਤਰ ਵੀ ਵੱਖ-ਵੱਖ ਥਾਈਂ ਆਬਾਦ ਹੋਏ। ਸਿੱਧੂ ਅਤੇ ਬਰਾੜਾ ਨੇ ਗੁਰੂ ਘਰਾਂ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਏ ਸਨ। ਗੁਰੂ 6ਵੇਂ ਪਾਤਸ਼ਾਹ ਸਮੇਂ ਮਹਾਰਾਜ ਦੇ ਯੁੱਧ ਵਿੱਚ ਵੀ ਇਹਨਾਂ ਨੇ ਪੂਰਾ ਸਾਥ ਨਿਭਾਇਆ। ਫਿਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਲਵੇ ਵਿੱਚ ਆਏ ਤਾਂ ਦੀਨਾ ਕਾਂਗੜ ਵਿਖੇ ਬਰਾੜਾ ਨੇ ਸਤਿਗੁਰ ਦੇ ਚਰਨਾਂ ਵਿੱਚ ਆਪਣੀਆਂ ਸੇਵਾਵਾਂ ਅਰਪਣ ਕੀਤੀਆਂ ਅਤੇ ਸਤਿਗੁਰ ਦੀਆਂ ਅਸੀਸਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਉਸ ਸਮੇਂ ਭਾਈ ਡੱਲਾ, ਭਾਈ ਦਾਨ ਸਿੰਘ ਅਤੇ ਹੋਰ ਸਿੰਘ
ਜੋ ਬਰਾੜ ਸਨ, ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰ ਜੀ ਦੀ ਆਗਿਆ ਅਨੁਸਾਰ ਇਹਨਾਂ ਨੇ ਖੰਡੇ ਦੀ ਪਾਹੁਲ ਛਕ ਕੇ ਆਪਣੇ ਆਪ ਨੂੰ ਸੋਧਿਆ, ਸਵਾਰਿਆ ਅਤੇ ਸੰਗਠਿਤ ਕੀਤਾ, ਜਿਸ ਦੇ ਚੰਗੇ ਨਤੀਜੇ ਹਾਸਲ ਹੋਏ। ਕਿਉਂਕਿ ਗੁਰੂ ਸਾਹਿਬ ਜੀ ਦੀ ਸੰਗਤ ਤੋਂ ਪਹਿਲਾਂ ਇਹ ਲੋਕ ਕਿਸੇ ਜਾਬਤੇ ਵਿੱਚ ਨਹੀਂ ਸਨ ਤੇ ਕੇਵਲ ਲੜਨ ਭਿੜਨ ਵਿੱਚ ਹੀ ਰੁੱਝੇ ਰਹਿੰਦੇ ਸਨ। ਗੁਰੂ ਸਾਹਿਬ ਨੇ ਇਹਨਾਂ ਦੀ ਅੰਦਰਲੀ ਸ਼ਕਤੀ ਪਰਖਦਿਆਂ ਸਿੱਖੀ ਵੱਲ ਲਾਇਆ ਅਤੇ ਇਹਨਾਂ ਵਿੱਚ ਕੌਮੀ ਜਜ਼ਬਾ ਪੈਦਾ ਕੀਤਾ। ਇਸੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਦੀਨਾ ਕਾਂਗੜ ਤੋਂ ਬਾਦਸ਼ਾਹ ਔਰੰਗੇ ਨੂੰ ਜੋ ਜ਼ਫਰਨਾਮਾ ਲਿਖਿਆ, ਉਸ ਵਿੱਚ ਬੈਰਾੜ ਕੌਮ ਦੀ ਬਾਬਤ ਇਸ ਤਰ੍ਹਾਂ ਅੰਕਿਤ ਹੈ। ਨਾ ਜਰੈ ਦਰੀ ਖਤਰਾ ਹੈ ਤੁਰਾਸਤ, ਹਮੈ ਕੌਮ ਬੈਰਾੜ ਹੁਕਮ ਮਰਾਸਤ। ਹੇ ਬਾਦਸ਼ਾਹ, ਤੈਨੂੰ ਇਹ ਰਾਹ 'ਤੇ ਆਉਣ ਵਿੱਚ ਜਰਾ ਜਿੰਨਾ ਵੀ ਖਤਰਾ ਨਹੀਂ, ਕਿਉਂਕਿ ਸਾਰੀ ਬਰਾੜ ਕੌਮ ਮੇਰੇ ਹੁਕਮ ਵਿੱਚ ਹੈ। ਤੇ ਕਿਹਾ, ਬਿਆ ਤਾਂ ਬਮਨ ਖੁਦ ਜ਼ੁਬਾਨੀ ਕੋ ਨੇਮ, ਬਰੂਏ ਸ਼ੁਮਾ ਮਿਹਰਬਾਨੀ ਕੋ ਨੇਮ। ਇੱਥੇ ਆ ਤਾਂ ਜੋ ਖੁਦ ਜ਼ੁਬਾਨੀ ਗੱਲਬਾਤ ਕਰੀਏ ਅਤੇ ਮੈਂ ਤੇਰੇ ਮੂੰਹ ਉੱਤੇ ਮਿਹਰਬਾਨੀ ਕਰਾਂ। 18ਵੀਂ ਸਦੀ ਦੇ ਵਿਖੜੇ ਸਮੇਂ ਵੀ ਕ੍ਰਾਂਤੀਕਾਰੀ ਸਿੰਘਾਂ ਦੀ ਪਨਾਹਗਰ ਮਾਲਵੇ ਦੇ ਜੰਗਲ ਹੀ ਸਨ, ਜਿੱਥੇ ਸਤਿਗੁਰੂ ਤੋਂ ਬਰਸਾਏ ਹੋਏ ਸਿੱਧੂ ਬੈਰਾੜਾਂ ਨੇ ਇਹਨਾਂ ਕ੍ਰਾਂਤੀਕਾਰੀ ਸਿੰਘਾਂ ਦੀ ਹਰ ਤਰ੍ਹਾਂ ਦੇ ਨਾਲ ਬਹੁਤ ਮਦਦ ਕੀਤੀ। ਅਸਲ ਵਿੱਚ ਮਾਲਵੇ ਦਾ ਸਾਰਾ ਮਾਣ ਅਤੇ ਗੌਰਵ ਗੁਰੂ ਦੀ ਬਖਸ਼ਿਸ਼ ਹੈ, ਇਸ ਲਈ ਇਸ ਨੂੰ ਗੁਰੂ ਕਾ ਮਾਲਵਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਸਤਿਗੁਰੂ ਜੀ ਨੇ ਖਿਦਰਾਣੇ ਦੀ ਢਾਬ ਦਾ ਯੁੱਧ ਲੜਿਆ ਅਤੇ ਉਸ ਅਸਥਾਨ ਨੂੰ ਸ਼੍ਰੀ ਮੁਕਤਸਰ ਸਾਹਿਬ ਭਾਵ ਮੁਕਤੀ ਦਾ ਸਰ ਬਣਾ ਦਿੱਤਾ। ਜੇ ਗੁਰੂ ਕਲਗੀਧਰ ਜੀ ਨੇ ਤਲਵੰਡੀ ਸਾਬੋ ਵਿਖੇ ਕੁਝ ਸਮਾਂ ਧਰਤੀ ਨੂੰ ਭਾਗ ਲਾਏ ਤਾਂ ਇਸ ਨੂੰ ਗੁਰੂ ਕਾਸ਼ੀ ਬਣਾ ਦਿੱਤਾ ਅਤੇ ਨਾਲ ਇਸੇ ਹੀ ਅਸਥਾਨ ਨੂੰ ਤਖਤ ਹੋਣ ਦਾ ਮਾਣ ਬਖਸ਼ ਦਿੱਤਾ, ਜਿਸ ਨੂੰ ਸਿੱਖਾਂ ਦਾ 5ਵਾਂ ਤਖਤ ਸ਼੍ਰੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਇਤ ਆਦਿਕ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਿਗੁਰ ਜੀ ਨੇ ਇਸ ਧਰਤੀ 'ਤੇ ਬਰਾੜ ਕੌਮ ਨੂੰ ਵੀ ਬੇਅੰਤ ਵਰ ਬਖਸ਼ੇ। ਇਸ ਤੋਂ ਉਪਰੰਤ ਬਰਾੜ ਕੌਮ ਦਾ ਇਸ ਧਰਤੀ 'ਤੇ ਬਹੁਤ ਵਿਸਥਾਰ ਹੋਇਆ, ਪਰ ਸੰਖੇਪ ਵਿੱਚ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਿਜਰਾ ਕੁਰਸੀਨਾਮਾ ਦਰਸਾਉਣ ਲਈ ਪਿਤਾ ਪੁਰਖੀ ਪੀੜ੍ਹੀ ਦਾ ਜ਼ਿਕਰ ਕਰ ਰਹੇ ਹਾਂ, ਨਾ ਕਿ ਰਾਏ ਜੋਧ ਦੀ ਸਮੁੱਚੀ ਵੰਸ਼ ਦਾ। ਇਸ ਤਰ੍ਹਾਂ ਨਾਲ ਰਾਏ ਜੋਧ ਦੇ ਪੁੱਤਰਾਂ ਵਿੱਚ ਸਰਜਾ ਸਿੰਘ ਹੋਏ, ਉਸ ਦੇ ਪੁੱਤਰਾਂ ਵਿੱਚ ਰੂਪਾ ਸਿੰਘ ਅਤੇ ਉਸ ਦੀ ਔਲਾਦ ਵਿੱਚ ਭਾਗ ਸਿੰਘ। ਅੱਗੇ ਇਹਨਾਂ ਦੇ ਘਰ ਖੰਡਾ ਸਿੰਘ ਅਤੇ ਉਸ ਦੇ ਅੱਗੇ ਇਸੇ ਵੰਸ਼ ਵਿੱਚ ਦੁੱਲਾ ਸਿੰਘ, ਫਿਰ ਇਸ ਦਾ ਪੁੱਤਰ ਸੰਦੂਰਾ ਸਿੰਘ ਅਤੇ ਸੰਦੂਰੇ ਦੇ ਘਰ ਸਰਦਾਰ ਵਸਾਵਾ ਸਿੰਘ ਅਤੇ ਅੱਗੇ ਇਸ ਦਾ ਪੁੱਤਰ ਸਰਦਾਰ ਹਰਨਾਮ ਸਿੰਘ ਪਿੰਡ ਰੋਡੇ ਵਿੱਚ ਪੈਦਾ ਹੋਇਆ, ਜੋ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਸ਼ੇਸ਼ ਨਜ਼ਦੀਕੀਆਂ ਦੇ ਵਿੱਚੋਂ ਸਨ ਅਤੇ ਉਹਨਾਂ ਤੋਂ ਹੀ ਅੰਮ੍ਰਿਤ ਪਾਨ ਕੀਤਾ ਸੀ। ਅੱਗੇ ਇਹਨਾਂ ਦੇ ਘਰ ਜੋ ਪੁੱਤਰ ਪੈਦਾ ਹੋਇਆ ਉਹ ਸਮਾਂ ਪਾ ਕੇ ਬਾਬਾ ਜੋਗਿੰਦਰ ਸਿੰਘ ਨਾਮ ਦੇ ਨਾਲ ਮਸ਼ਹੂਰ ਹੋਏ। ਇਹ ਵੀ ਦਮਦਮੀ ਟਕਸਾਲ ਦੇ ਅਨੰਨ ਸ਼ਰਧਾਲੂ ਸਨ ਅਤੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਤੋਂ ਬਾਅਦ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਸ਼ਵਾਸ ਪਾਤਰ ਰਹੇ। ਇਹਨਾਂ ਨੇ ਸਮੇਂ-ਸਮੇਂ ਪੰਥਕ ਕਾਰਜਾਂ ਲਈ ਅਕਾਲੀ ਮੋਰਚਿਆਂ ਵਿੱਚ ਅਨੇਕਾਂ ਵਾਰ ਜੇਲ੍ਹ ਯਾਤਰਾ ਕੀਤੀ। ਬਾਬਾ ਜੋਗਿੰਦਰ ਸਿੰਘ ਜੀ ਦੇ 7 ਪੁੱਤਰ ਹੋਏ, ਜਿਨ੍ਹਾਂ ਵਿੱਚ ਸਰਦਾਰ ਜਗੀਰ ਸਿੰਘ, ਸਰਦਾਰ ਜਗਜੀਤ ਸਿੰਘ, ਸਰਦਾਰ ਹਰਚਰਨ ਸਿੰਘ, ਸਰਦਾਰ ਵੀਰ ਸਿੰਘ, ਸਰਦਾਰ ਜੁਗਰਾਜ ਸਿੰਘ, ਸਰਦਾਰ ਹਰਜੀਤ ਸਿੰਘ ਅਤੇ ਸਭ ਤੋਂ ਛੋਟੇ 20ਵੀਂ ਸਦੀ ਦੇ ਮਹਾਨ ਯੋਧੇ, ਸਿੱਖ ਦਿਲਾਂ ਦੀ ਧੜਕਣ, ਕਹਿਣੀ ਤੇ ਕਰਨੀ ਦੇ ਪੂਰੇ ਮਹਾਨ ਤਪਸਵੀ ਅਤੇ ਦਮਦਮੀ ਟਕਸਾਲ ਦੇ ਜੋਧਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪੈਦਾ ਹੋਏ, ਜਿਨ੍ਹਾਂ ਦੇ ਜੀਵਨ ਸਫ਼ਰ ਦੀਆਂ ਪੈੜਾਂ ਦਾ ਸੁਨਹਿਰੀ ਇਤਿਹਾਸ ਬਣ ਗਿਆ। ਅਤੇ ਸੰਤਾਂ ਦਾ ਬਾਕੀ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਆਪ ਜੀਆਂ ਦੇ ਨਾਲ ਸਾਂਝਾ ਕਰੇਗਾ।